ਕੀ ਤੁਸੀਂ ਜਾਣਦੇ ਹੋ ਕਿ ਸੰਸਾਰ ਵਿੱਚ ਅਣਗਿਣਤ ਰਹੱਸ ਹਨ ਜੋ ਇੱਕ ਅਜਿਹੀ ਪहेਲੀਆਂ ਬਣ ਕੇ ਰਹਿ ਗਈਆਂ ਹਨ ਜਿਨ੍ਹਾਂ ਨੂੰ ਆਧੁਨਿਕ ਤਕਨੀਕਾਂ ਦੀ ਮਦਦ ਨਾਲੋਂ ਵੀ ਸੁਲਝਾਇਆ ਨਹੀਂ ਜਾ ਸਕਿਆ ਹੈ। ਇਨ੍ਹਾਂ ਹੀ ਰਹੱਸਿਆਂ ਵਿੱਚੋਂ ਲੁਕਿਆ ਹੈ ਬਰਮੂਡਾ ਟ੍ਰਾਇੰਗਲ। ਵੈਸੇ ਤਾਂ ਸਾਇੰਟਿਸਟਾਂ ਨੇ ਇਸ ਜਗ੍ਹਾ ਦੀ ਬਰੀਕੀ ਨਾਲ ਜਾਂਚ ਕਰਕੇ ਬਰਮੂਡਾ ਟ੍ਰਾਇੰਗਲ ਦੀ ਇੱਕ ਨਵੀਂ ਥਿਊਰੀ ਦਿੱਤੀ ਹੈ, ਜਿਸ ਨਾਲ ਕਈ ਸਵਾਲਾਂ ਦੇ ਜਵਾਬ ਤਾਂ ਮਿਲ ਗਏ ਨੇ, ਪਰ ਇਸ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਬਰਮੂਡਾ ਟ੍ਰਾਇੰਗਲ ਹੈ ਕੀ ਤੇ ਕਿੱਥੇ ਹੈ ਅਤੇ ਇਸ ਨੂੰ ਇੰਨਾ ਖਤਰਨਾਕ ਕਿਉਂ ਕਿਹਾ ਜਾਂਦਾ ਹੈ। ਬਰਮੂਡਾ ਟ੍ਰਾਇੰਗਲ ਅਮਰੀਕਾ ਦੇ ਦੱਖਣ ਪੂਰਬੀ ਤੱਟ ਉੱਤੇ ਬਣਿਆ ਇੱਕ ਕਾਲਪਨਿਕ ਟ੍ਰਾਇੰਗਲ ਹੈ ਜੋ ਅਮਰੀਕਾ ਦੇ ਫਲੋਰੀਡਾ, ਪਿਊਰਟੋ ਰੀਕੋ ਅਤੇ ਬਰਮੂਡਾ ਟਾਪੂ ਇਹਨਾਂ ਤਿੰਨਾਂ ਜਗ੍ਹਾਵਾਂ ਨੂੰ ਜੋੜ ਕੇ ਬਣਿਆ ਹੈ। ਬਰਮੂਡਾ ਟ੍ਰਾਇੰਗਲ ਉੱਤਰੀ ਅੰਟਲਾਟਿਕ ਮਹਾਸਾਗਰ ਦਾ ਹੀ ਇੱਕ ਹਿੱਸਾ ਹੈ। ਬਰਮੂਡਾ ਨੂੰ ਇਹ ਨਾਮ 1964 ਵਿੱਚ ਮਿਲਿਆ ਸੀ। ਇਸ ਨੂੰ ਸ਼ੈਤਾਨ ਦੇ ਤ੍ਰਿਕੋਣ ਯਾਨੀ ਡੈਵਲਸ ਟ੍ਰਾਇੰਗਲ ਵੀ ਕਹਿੰਦੇ ਹਨ। ਇਸ ਤ੍ਰਿਕੋਣ ਦਾ ਖੇਤਰਫਲ ਲਗਭਗ 13 ਲੱਖ ਵਰਗ ਕਿਲੋਮੀਟਰ ਹੈ। ਜੇਕਰ ਇੰਡੀਆ ਦੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਟੇਟ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਟ੍ਰਾਇੰਗਲ ਇਹਨਾਂ ਤਿੰਨਾਂ ਨੂੰ ਮਿਲਾਉਣ ਦੇ ਬਾਅਦ ਵੀ ਵੱਡਾ ਹੀ ਹੋਏਗਾ। ਵੈਸੇ ਤਾਂ ਇਸ ਟ੍ਰਾਇੰਗਲ ਦੀ ਕੋਈ ਫਿਕਸ ਖੇਤਰਫਲ ਨਹੀਂ ਹੈ ਕਿ ਇਹ ਕਿੱਥੋਂ ਸਟਾਰਟ ਹੁੰਦਾ ਹੈ ਤੇ ਕਿੱਥੇ ਖਤਮ ਹੁੰਦਾ ਹੈ, ਕਿਉਂਕਿ ਇਸ ਦਾ ਅਸਰ ਟ੍ਰਾਇੰਗਲ ਦੇ ਬਾਹਰ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਜਗ੍ਹਾ ਤੇ ਮੈਗਨੈਟਿਕ ਡਿਸਟਰਬੈਂਸ ਦੀ ਵਜ੍ਹਾ ਨਾਲ ਕੰਪਾਸ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦੇ ਨੇ, ਜਿਸ ਦੇ ਕਾਰਨ ਕਈ 에ਅਰਕ੍ਰਾਫਟ ਗਾਇਬ ਹੋ ਜਾਂਦੇ ਨੇ, ਜਿਨ੍ਹਾਂ ਬਾਰੇ ਕਦੀ ਕੁਝ ਪਤਾ ਨਹੀਂ ਚੱਲਿਆ, ਕਿਉਂਕਿ ਨਾ ਤਾਂ ਉਹ ਜਹਾਜ਼ ਕਦੀ ਵਾਪਸ ਆਉਂਦੇ ਅਤੇ ਨਾ ਉਸ ਦੇ ਯਾਤਰੀ ਵਾਪਸ। ਬਰਮੂਡਾ ਟ੍ਰਾਇੰਗਲ ਦੇ ਬਾਰੇ ਅਨੋਖਾ ਅਤੇ ਅਵਿਸ਼ਵਸਨੀय ਦਸਤਾਵੇਜ਼ ਪੇਸ਼ ਕਰਨ ਵਾਲਾ ਸਭ ਤੋਂ ਪਹਿਲਾ ਵਿਅਕਤੀ ਕ੍ਰਿਸਟੋਫਰ ਕੋਲੰਬਸ ਸੀ। ਕੋਲੰਬਸ ਨੇ ਦੱਸਿਆ ਸੀ ਕਿ ਉਸਨੇ ਅਤੇ ਉਸਦੇ ਸਾਥੀਆਂ ਨੇ ਰੁੱਖ ਉੱਤੇ ਬਿਜਲੀ ਦਾ ਇੱਕ ਅਜਿਹਾ ਕਰਤੱਵ ਦੇਖਿਆ ਸੀ। ਉਹਨਾਂ ਨੂੰ ਆਸਮਾਨ ਵਿੱਚ ਅੱਗ ਦੀਆਂ ਕੁਝ ਲਪਟਾਂ ਵੀ ਦਿਖਾਈ ਦਿੱਤੀਆਂ ਸੀ। ਕੋਲੰਬਸ ਨੇ ਇਹ ਸਭ ਗੱਲਾਂ ਆਪਣੀ ਲੌਗ ਬੁੱਕ ਵਿੱਚ ਲਿਖੀ ਸੀ। ਇਸ ਲੌਗ ਬੁੱਕ ਦੀ ਜਾਂਚ ਕਰ ਰਹੇ ਆਧੁਨਿਕ ਵਿਦਵਾਨਾਂ ਨੇ ਇਹ ਅਨੁਮਾਨ ਲਗਾਇਆ ਹੈ ਕਿ ਕੋਲੰਬਸ ਦੁਆਰਾ ਦੇਖਿਆ ਗਿਆ ਪ੍ਰਕਾਸ਼ ਉੱਥੇ ਦੇ ਰਹਿਵਾਸੀਆਂ ਦੁਆਰਾ ਉਹਨਾਂ ਦੀ ਡੋਗੀਆਂ ਵਿੱਚ ਲਗਾਈ ਗਈ ਅੱਗ ਨਾਲ ਪੈਦਾ ਹੋਇਆ ਸੀ। ਬਰਮੂਡਾ ਟ੍ਰਾਇੰਗਲ ਨਾਲ ਜੁੜੀਆਂ ਹੋਰ ਵੀ ਬਹੁਤ ਘਟਨਾਵਾਂ ਨੇ, ਜਿੱਦਾਂ ਕਿ ਮੈਰੀ ਸੈਲਸਟੀ ਨਾਮ ਦਾ ਇੱਕ ਵਪਾਰਕ ਜਹਾਜ਼ ਬਰਮੂਡਾ ਟ੍ਰਾਇੰਗਲ ਖੇਤਰ ਵਿੱਚ ਲਾਪਤਾ ਹੋ ਗਿਆ ਸੀ, ਜੋ 4 ਦਸੰਬਰ 1872 ਨੂੰ ਅੰਟਲਾਟਿਕ ਮਹਾਸਾਗਰ ਵਿੱਚ ਪਾਇਆ ਗਿਆ। ਇਹ ਜਹਾਜ਼ ਉੱਤੇ ਸਵਾਰ ਯਾਤਰੀ ਅਤੇ ਜਹਾਜ਼ ਦੇ ਕਰਮਚਾਰੀਆਂ ਦਾ ਕੋਈ ਪਤਾ ਨਹੀਂ ਚੱਲਿਆ। ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਜਹਾਜ਼ ਸਮੁੰਦਰੀ ਡਾਕੂਆਂ ਦੁਆਰਾ ਲੁੱਟ ਲਿਆ ਗਿਆ ਹੋਵੇਗਾ, ਲੇਕਿਨ ਜਹਾਜ਼ ਉੱਤੇ ਕੀਮਤੀ ਸਮਾਨ ਦਾ ਸੁਰੱਖਿਅਤ ਹੋਣ ਨਾਲ ਡਾਕੂਆਂ ਦੁਆਰਾ ਜਹਾਜ਼ ਨੂੰ ਲੁੱਟ ਲਏ ਜਾਣ ਦੀ ਗੱਲ ਸਾਬਤ ਨਹੀਂ ਹੋ ਸਕੀ। ਮੈਰੀ ਸੈਲਸਟੀ ਜਹਾਜ਼ ਦੀ ਤਰ੍ਹਾਂ ਹੀ 1881 ਵਿੱਚ ਐਲਨ ਆਸਟਿਨ ਨਾਮ ਦਾ ਜਹਾਜ਼ ਇੱਥੇ ਆ ਕੇ ਗਾਇਬ ਹੋ ਗਿਆ। ਐਲਨ ਆਸਟਿਨ ਨਾਮ ਦਾ ਇੱਕ ਜਹਾਜ਼ ਕੁਸ਼ਲ ਚਾਲਕਾਂ ਦੇ ਨਾਲ ਨਿਊਯਾਰਕ ਲਈ ਰਵਾਨਾ ਹੋਇਆ। ਇਹ ਜਹਾਜ਼ ਬਰਮੂਡਾ ਟ੍ਰਾਇੰਗਲ ਦੇ ਕੋਲ ਰਸਤੇ ਵਿੱਚ ਕਿਤੇ ਖੋ ਗਿਆ। ਜਦ ਇਹ ਜਹਾਜ਼ ਮਿਲਿਆ ਤਾਂ ਜਹਾਜ਼ ਉੱਤੇ ਸਵਾਰ ਕਈ ਵਿਅਕਤੀਆਂ ਦਾ ਕੁਝ ਪਤਾ ਨਹੀਂ ਚੱਲਿਆ। ਇਸੇ ਤਰ੍ਹਾਂ ਹੀ ਬਰਮੂਡਾ ਟ੍ਰਾਇੰਗਲ ਉੱਤੇ 5 ਦਸੰਬਰ 1942 ਵਿੱਚ ਇੱਕ ਅਜਿਹਾ ਹਾਦਸਾ ਹੋਇਆ ਸੀ ਜਿਸ ਦੇ ਨਾਲ ਦੁਨੀਆ ਭਰ ਦੇ ਵਿਗਿਆਨੀ ਸਿਰਫ ਸੋਚ ਵਿਚਾਰ ਹੀ ਕਰਦੇ ਰਹਿ ਗਏ ਸਨ। ਹੋਇਆ ਇੱਦਾਂ ਸੀ ਕਿ ਅਮਰੀਕੀ ਨੇਵੀ ਦੇ 5 ਪੇਸ਼ੇਵਰ ਪਾਇਲਟ ਆਪਣੀ ਪ੍ਰੈਕਟਿਸ ਦੇ ਦੌਰਾਨ ਬਰਮੂਡਾ ਤ੍ਰਿਕੋਣ ਵੱਲ ਨਿਕਲ ਗਏ ਸਨ, ਲੇਕਿਨ ਸਿਰਫ 1 ਘੰਟੇ 45 ਮਿੰਟ ਦੇ ਬਾਅਦ ਫਲਾਈਟ ਲੀਡਰ ਲੈਫਟੀਨੈਂਟ ਚਾਰਲਸ ਟੇਲਰ ਨੇ ਕੰਟਰੋਲ ਰੂਮ ਵਿੱਚ ਸੁਨੇਹਾ ਪਹੁੰਚਾਇਆ ਕਿ ਇੱਥੇ ਕੁਝ ਅਜੀਬ ਗਤੀਵਿਧੀਆਂ ਘਟਿਤ ਹੋ ਰਹੀਆਂ ਹਨ। ਚਾਰਲਸ ਨੇ ਦੱਸਿਆ ਕਿ ਉਹਨਾਂ ਦੇ ਕੋਲ 3 ਕੰਪਾਸ ਹਨ ਜਿਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਹਨਾਂ ਨੂੰ ਨਹੀਂ ਪਤਾ ਸੀ ਉਹ ਕਿਹੜੀ ਦਿਸ਼ਾ ਵਿੱਚ ਹੈ। ਸਮੁੰਦਰ ਦਾ ਰੂਪ ਵੀ ਬੇਹੱਦ ਵੱਖ ਸੀ। ਥੋੜ੍ਹੀ ਹੀ ਦੇਰ ਬਾਅਦ ਉਹਨਾਂ ਦਾ ਸੰਪਰਕ ਕੰਟਰੋਲ ਰੂਮ ਵੱਲੋਂ ਟੁੱਟ ਗਿਆ ਸੀ। ਇਸ ਘਟਨਾ ਵਿੱਚ ਪਾਇਲਟ ਕਿਤੇ ਲਾਪਤਾ ਹੋ ਗਏ, ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ। ਚਾਰਲਸ ਦੇ ਦਲ ਨੂੰ ਲੱਭਣ ਲਈ ਦੂਜਾ ਜਹਾਜ਼ ਭੇਜਿਆ ਗਿਆ। ਮਹਿਜ਼ 27 ਮਿੰਟ ਵਿੱਚ ਹੀ ਉਸ ਦਾ ਸੰਪਰਕ ਵੀ ਕੰਟਰੋਲ ਰੂਮ ਨਾਲੋਂ ਟੁੱਟ ਗਿਆ ਅਤੇ ਜਹਾਜ਼ ਅਤੇ ਪਾਇਲਟ ਦਾ ਕੋਈ ਸੁਰਾਗ ਤੱਕ ਨਹੀਂ ਮਿਲਿਆ। ਇਹਨਾਂ ਘਟਨਾਵਾਂ ਨੂੰ ਦੇਖ ਲੋਕਾਂ ਵਿੱਚ ਕਈ ਸਾਰੀਆਂ ਅਫਵਾਹਾਂ ਫੈਲਣ ਲੱਗੀ ਕਿ ਇਸ ਜਗ੍ਹਾ ਤੇ ਏਲੀਅਨਸ ਯਾਨੀ ਕਿ ਦੂਜੇ ਗ੍ਰਹਿ ਦੇ ਲੋਕਾਂ ਦਾ ਕਬਜ਼ਾ ਕੀਤਾ ਹੋਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਇੱਥੇ ਏਲੀਅਨਸ ਰਹਿੰਦੇ ਨੇ ਤੇ ਉਹ ਉਸ ਜਗ੍ਹਾ ਤੇ ਇਨਸਾਨ ਨੂੰ ਨਹੀਂ ਆਉਣ ਦਿੰਦੇ। ਕਈ ਲੋਕਾਂ ਦਾ ਇੱਥੋਂ ਤੱਕ ਮੰਨਣਾ ਹੈ ਕਿ ਉਸ ਜਗ੍ਹਾ ਤੇ ਕੋਈ ਸਮੁੰਦਰੀ ਦਾਨਵ ਰਹਿੰਦਾ ਹੈ ਜੋ ਲੋਕਾਂ ਨੂੰ ਮਾਰ ਦਿੰਦਾ ਹੈ। ਬਰਮੂਡਾ ਟ੍ਰਾਇੰਗਲ ਦੇ ਰਹੱਸਿਆਂ ਦੇ ਪਿੱਛੇ ਕੋਈ ਪੱਕੀ ਜਾਣਕਾਰੀ ਨਹੀਂ ਹੋਣ ਦੇ ਬਾਵਜੂਦ ਇੱਥੇ ਹਰ ਸਾਲ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ। ਬਰਮੂਡਾ ਟ੍ਰਾਇੰਗਲ ਨਾਲ ਸੰਬੰਧਿਤ ਅਜਿਹੀ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਦੇ ਕਰਕੇ ਬਰਮੂਡਾ ਹੁਣੇ ਤੱਕ ਇੱਕ ਰਹੱਸ ਬਣਿਆ ਹੋਇਆ ਹੈ। ਅਮਰੀਕਾ ਦੁਆਰਾ ਇੱਕ ਜਾਂਚ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਸਮੁੰਦਰੀ ਖੇਤਰ ਦੇ ਵੱਡੇ ਹਿੱਸੇ ਵਿੱਚ ਮੀਥੇਨ ਗੈਸ ਦਾ ਭੰਡਾਰ ਹੈ, ਜਿਸ ਦੇ ਕਾਰਨ ਜ਼ਿਆਦਾ ਬੁਲਬੁਲੇ ਉੱਠਦੇ ਹਨ ਤੇ ਪਾਣੀ ਦਾ ਵਹਾਅ ਘੱਟ ਹੁੰਦਾ ਹੈ, ਜਿਸ ਕਰਕੇ ਜਹਾਜ਼ ਪਾਣੀ ਵਿੱਚ ਹੌਲੀ-ਹੌਲੀ ਸਮਾ ਜਾਂਦੇ ਨੇ। ਇਸ ਦੇ ਇਲਾਵਾ ਇਹ ਇੱਕ ਬਹੁਤ ਜ਼ਿਆਦਾ ਚੁੰਬਕੀ ਖੇਤਰ ਹੋਣ ਦੇ ਕਾਰਨ ਲੋਹੇ ਵੱਲੋਂ ਬਣੀ ਵਸਤੂਆਂ ਇੱਥੇ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਅਤੇ ਜਹਾਜ਼ ਆਪਣਾ ਰਸਤਾ ਭਟਕ ਜਾਂਦੇ ਹਨ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਟ੍ਰਾਇੰਗਲ ਦੇ ਉੱਪਰ ਬਹੁਤ ਖਤਰਨਾਕ ਹਵਾਵਾਂ ਚੱਲਦੀਆਂ ਹਨ। ਇਹਨਾਂ ਹਵਾਵਾਂ ਦੀ ਗਤੀ 274 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਜੋ ਵੀ ਜਹਾਜ਼ ਇਸ ਦੀ ਚਪੇਟ 'ਚ ਆਉਂਦਾ ਹੈ ਆਪਣਾ ਸੰਤੁਲਨ ਖੋ ਬੈਠਦਾ ਹੈ ਅਤੇ ਪਾਣੀ 'ਚ ਡੁੱਬ ਜਾਂਦਾ ਹੈ। ਇਹ ਹਵਾਵਾਂ ਉੱਪਰ ਬਣਨ ਵਾਲੇ ਬੱਦਲਾਂ ਦੇ ਕਾਰਨ ਚੱਲਦੀ ਹੈ
इन्हां ਬੱਦਲਾਂ ਨੂੰ ਜਾਨਲੇਵਾ ਬੱਦਲ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਹੁਤ ਸੰਘਣੇ ਹੁੰਦੇ ਹਨ ਅਤੇ ਇਸ ਦੇ ਅੰਦਰ ਭਿਆਨਕ ਤੂਫਾਨ ਵੀ ਉੱਠਦਾ ਹੈ। ਜੋ ਵੀ ਜਹਾਜ਼ ਇਸ ਅੰਦਰ ਜਾਂਦਾ ਹੈ ਆਪਣਾ ਸੰਤੁਲਨ ਖੋ ਬੈਠਦਾ ਹੈ। ਇਸ ਵਜ੍ਹਾ ਕਰਕੇ ਜ਼ਿਆਦਾਤਰ ਜਹਾਜ਼ ਬਲਾਸਟ ਹੋ ਜਾਂਦੇ ਹਨ। ਸਾਇੰਟਿਸਟਾਂ ਦਾ ਕਹਿਣਾ ਹੈ ਕਿ ਇਹ ਬੱਦਲਾਂ ਦਾ ਦਾਇਰਾ 20 ਤੋਂ 50 ਕਿਲੋਮੀਟਰ ਤੱਕ ਦਾ ਹੁੰਦਾ ਹੈ, ਜਿਸ ਦੇ ਅੰਦਰੋਂ ਲੰਘਣਾ ਸੱਚਮੁੱਚ ਬਹੁਤ ਖਤਰਨਾਕ ਹੈ। ਵਿਗਿਆਨਿਕ ਅੱਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬੇਸ਼ੱਕ ਕਰ ਗਿਆ ਹੋਵੇ, ਪਰ ਬਰਮੂਡਾ ਦੇ ਰਹੱਸਿਆਂ ਨਾਲ ਜੁੜਿਆ ਕੋਈ ਵੀ ਕਥਨ ਅੱਜ ਤੱਕ ਪੂਰੀ ਪ੍ਰਮਾਣਤਾ ਦੇ ਨਾਲ ਸਾਹਮਣੇ ਨਹੀਂ ਆਇਆ ਹੈ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਜਾਣਕਾਰੀ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਹੋਰ ਇਦਾਂ ਦੀਆਂ ਇੰਟਰਸਟਿੰਗ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ। ਧੰਨਵਾਦ।